ਸਾਡੇ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ 31 ਰਾਗਾਂ ਦਾ ਜਿਹੜਾ ਕਿਹਾ ਗਿਆ ਕਿ 31 ਰਾਗ ਨੇ ਜਿਹੜੇ ਉਹਨਾਂ ਦੇ ਵਿੱਚੋਂ ਜਿਹੜੀ ਸੰਗੀਤ ਦੀ ਧੁਨ ਆ ਉਹ ਨਿਕਲਦੀ ਆ। ਪਰ ਗੁਰੂ ਸਾਹਿਬ ਨੇ ਉਹ 31 ਰਾਗ ਇਸ ਕਰਕੇ ਚੁਣੇ ਕਿ ਉਹਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਇੰਨੀ ਸ਼ਕਤੀ ਕਿ ਉਹ ਕੁੱਲ ਦੁਨੀਆ ਦੇ ਸੰਗੀਤ ਨੂੰ ਜਨਮ ਦੇ ਸਕਦੇ। ਸੋ ਜਿਹੜੀ ਮੇਰੀ ਬੈਕਗਰਾਉਂਡ ਆ, ਮੇਰੇ ਫਾਦਰ ਸਾਹਿਬ ਵੀ ਕਿਸਾਨ ਦੇ ਨਾਲ ਉਹ ਇੱਕ ਸੰਗੀਤਕਾਰ ਵੀ ਨੇ। ਫਿਰ ਮੇਰੇ ਦਾਦਾ ਜੀ ਸੀਗੇ, ਉਹ ਵੀ ਕੀਰਤਨ ਵੀ ਕਰਦੇ ਸੀ, ਇੱਕ ਭਗਤੀ ਨੂੰ ਮੁੱਖ ਰੱਖ ਕੇ, ਪਰ ਮੇਨ ਪੇਸ਼ਾ ਖੇਤੀ ਰਿਹਾ ਉਹਨਾਂ ਦਾ ਵੀ। ਸੋ ਪਰ ਹੁਣ ਅਸੀਂ ਆ ਕੇ ਜਿਸ ਤਰ੍ਹਾਂ ਮੈਂ ਇਸ ਨੂੰ ਆਪਣਾ ਪ੍ਰੋਫੈਸ਼ਨ ਵੀ ਬਣਾਇਆ, ਮੈਂ ਯੂਨੀਵਰਸਿਟੀ ਦੇ ਵਿੱਚ ਜਿਹੜੀ ਮੁੱਢਲੀ ਸਿੱਖਿਆ ਤਾਂ ਪਹਿਲਾਂ ਘਰ 'ਚੋਂ ਹੀ ਪ੍ਰਾਪਤ ਹੋ ਗਈ, ਫਿਰ ਇੱਥੇ ਅਸੀਂ ਮਾਸਟਰ ਕੀਤੀ ਆ ਮੈਂ ਸੰਗੀਤ ਦੇ ਵਿੱਚ, ਇੰਸਟਰੂਮੈਂਟਲ ਮਿਊਜ਼ਿਕ ਦੇ ਵਿੱਚ। ਹੁਣ ਉਸ ਤੋਂ ਬਾਅਦ 'ਚ ਮਾਸਟਰ ਇਨ ਫਿਲਾਸਫੀ ਆਫ ਮਿਊਜ਼ਿਕ ਐਮਫਿਲ ਕੀਤੀ ਅਤੇ ਹੁਣ PhD ਚੱਲ ਰਹੀ ਹੈ ਮਿਊਜ਼ਿਕ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਥੇ। ਇੱਕ ਦੌਰ ਆਇਆ ਢਾਡੀ ਵਾਰਾਂ ਚੱਲੀਆਂ ਤਾਂ ਰੌਂਗਟੇ ਖੜੇ ਹੁੰਦੇ ਸੀ ਜਦੋਂ ਅਸੀਂ ਉਹ ਚੀਜ਼ਾਂ ਸੁਣਦੇ ਸੀ, ਤਾਂ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਸੀ। ਅਤੇ ਉਸ ਤੋਂ ਬਾਅਦ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਪੰਜਾਬ ਦੀ ਗਾਇਕੀ ਨੂੰ ਲੱਚਰਪਣਾ ਕਹਿਣ ਲੱਗਿਆ ਹੈ। ਪਰ ਜੇ ਓਵਰਆਲ ਦੇਖੀਏ ਤਾਂ ਜਿਹੜੀ ਪੰਜਾਬ ਦੀ ਗਾਇਕੀ ਬਹੁਤ ਗਲਤ ਪਾਸੇ ਜਾ ਰਹੀ ਆ। ਗਾਇਕੀ ਤਾਂ ਅਸੀਂ ਕਹਿ ਹੀ ਨਹੀਂ ਸਕਦੇ ਕਿਉਂਕਿ ਉਹਦੇ ਵਿੱਚ ਸੰਗੀਤ ਦਾ ਤਾਂ ਕੋਈ ਨਾਮ ਹੀ ਨਹੀਂ ਰਿਹਾ। ਪਰ ਜੇ ਅਸੀਂ ਉਹ ਚੀਜ਼ ਨੂੰ ਨਾ ਰੋਕਿਆ, ਉਹ ਜਿੱਥੇ ਸੰਗੀਤ ਨੂੰ ਖਤਮ ਕਰਨਗੀਆਂ ਉਹ ਚੀਜ਼ਾਂ, ਉੱਥੇ ਜੋ ਸਾਡੀਆਂ ਮਾਨਸਿਕ ਸੰਤੁਲਨ ਵੀ ਖਰਾਬ ਕਰਨਗੀਆਂ, ਜੋ ਕਿ ਹੋ ਰਿਹਾ ਖਾਸ ਕਰਕੇ ਯੂਥ ਦਾ, ਜਿਨ੍ਹਾਂ ਨੂੰ ਕੁਝ ਪਤਾ ਵੀ ਨਹੀਂ ਪਰ ਉਹ ਵੀ ਬਸ ਟਰੈਂਡ ਦੇ ਵਿੱਚ ਚੱਲ ਰਹੇ ਹੋਣ ਕਰਕੇ ਉਹੀ ਸੁਣ ਰਹੇ। ਮੈਂ ਕਹੂੰਗਾ ਕਿ ਉਹਦੇ ਵੱਲ ਧਿਆਨ ਦਿੱਤਾ ਜਾਵੇ। ਕਿਸੇ ਨੂੰ ਕਹਿਣ ਦੇ ਨਾਲੋਂ ਜੇ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓਗੇ ਨਾ, ਸਮਝ ਲਓ ਤੁਸੀਂ ਇੱਕ ਬੰਦਾ ਠੀਕ ਕਰ ਲਿਆ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਨੇ ਬੜੇ ਵੱਡੇ ਯੋਧਿਆਂ ਨੂੰ ਜਨਮ ਦਿੱਤਾ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਨੇ ਬੜੇ ਵੱਡੇ ਗੀਤਕਾਰਾਂ ਨੂੰ, ਸੰਗੀਤਕਾਰਾਂ ਨੂੰ ਜਨਮ ਦਿੱਤਾ। ਜੇ ਗੱਲ ਕਰੀਏ ਤਾਂ ਬਾਬੇ ਨਾਨਕ ਦੀ, ਬਾਬੇ ਨਾਨਕ ਦੇ ਨਾਲ ਭਾਈ ਮਰਦਾਨਾ ਹੋਇਆ ਕਰਦੇ ਸੀ ਜਿਹੜੇ ਕਿ ਰਬਾਬ ਵਜਾਉਂਦੇ ਸੀ। ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਅਜਿਹਾ ਦੌਰ ਦੇਖਿਆ ਗਿਆ ਜਦੋਂ ਢਾਡੀ ਵਾਰਾਂ ਆਈਆਂ ਤਾਂ ਢਾਡੀ ਵਾਰਾਂ ਸੁਣ ਕੇ ਰੌਂਗਟੇ ਖੜੇ ਹੁੰਦੇ ਸੀ, ਖੂਨ ਖੌਲਦਾ ਸੀ। ਉਸ ਤੋਂ ਬਾਅਦ ਇੱਕ ਅਜਿਹਾ ਦੌਰ ਵੀ ਆਇਆ ਜਦੋਂ ਪੰਜਾਬ ਦੇ ਵਿੱਚ ਪੰਜਾਬ ਦੀ ਕਲਾਕਾਰੀ ਨੂੰ ਇੱਕ ਲੱਚਰ ਕਲਾਕਾਰੀ ਕਿਹਾ ਜਾਣ ਲੱਗਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ KTV UK ਤੇ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਸਾਡੇ ਨਾਲ ਵੀਰ ਸੁਖਵੰਤ ਸਿੰਘ ਮੌਜੂਦ ਨੇ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ PhD ਕਰਦੇ ਨੇ ਮਿਊਜ਼ਿਕ ਦੀ, ਅਤੇ ਇਹਨਾਂ ਦੇ ਹੱਥ ਦੇ ਵਿੱਚ ਸਾਜ਼ ਵੀ ਫੜੇ ਹੋਏ ਨੇ। ਪਰ ਸਾਡੇ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ 31 ਰਾਗਾਂ ਦਾ ਜਿਹੜਾ ਕਿਹਾ ਗਿਆ ਕਿ 31 ਰਾਗ ਨੇ ਜਿਹੜੇ ਉਹਨਾਂ ਦੇ ਵਿੱਚੋਂ ਜਿਹੜੀ ਸੰਗੀਤ ਦੀ ਧੁਨ ਆ ਉਹ ਨਿਕਲਦੀ ਆ। ਗੱਲਬਾਤ ਕਰਦੇ ਹਾਂ ਬਾਈ ਸੁਖਵੰਤ ਦੇ ਨਾਲ, ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇਸ ਦੀ ਰਿਹਰਸਲ ਕਰਦੇ ਹਾਂ ਅਤੇ ਅੱਗੇ ਕੀ ਇੱਛਾ ਕੀ ਮਨ ਦੀ, ਕਿਹੜੀ ਕਲਾਕਾਰੀ ਦੇ ਵਿੱਚ ਜਾਣਾ। ਜਿਵੇਂ ਪਹਿਲਾਂ ਦੱਸ ਦਿੱਤਾ ਕਿ ਪੰਜਾਬ ਦੇ ਵਿੱਚ ਦੌਰ ਵੱਖੋ ਵੱਖਰਾ ਚੱਲਿਆ ਸੰਗੀਤਕਾਰੀ ਦਾ। ਗੱਲਬਾਤ ਕਰਦੇ ਹਾਂ, ਪਹਿਲਾਂ ਸਵਾਗਤ ਕਰਾਂਗੇ ਬਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੇ ਗੱਲ ਕਰੀਏ ਤਾਂ ਜਿਵੇਂ ਸਟਾਰਟਿੰਗ ਤੋਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ 31 ਰਾਗ ਆਉਂਦੇ ਨੇ, ਹੈ ਨਾ? ਹਾਂਜੀ, ਗੁਰੂ ਸਾਹਿਬ ਨੇ ਨਾ ਉਹੀ 31 ਰਾਗ ਲਏ ਗੁਰੂ ਸਾਹਿਬ ਦੇ ਵਿੱਚ ਜਿਹੜੇ ਕਿ ਸ੍ਰੇਸ਼ਟ ਅਤੇ ਸੰਪੂਰਨ ਰਾਗ ਆ। ਰਾਗ ਤਾਂ ਬਹੁਤ ਜ਼ਿਆਦਾ ਨੇ ਜਿਨ੍ਹਾਂ ਦਾ ਕੋਈ ਅੰਤ ਨਹੀਂ ਹੈਗਾ, ਪਰ ਗੁਰੂ ਸਾਹਿਬ ਨੇ ਉਹ 31 ਰਾਗ ਇਸ ਕਰਕੇ ਚੁਣੇ ਕਿ ਉਹਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਇੰਨੀ ਸ਼ਕਤੀ ਕਿ ਉਹ ਕੁੱਲ ਦੁਨੀਆ ਦੇ ਸੰਗੀਤ ਨੂੰ ਜਨਮ ਦੇ ਸਕਦੇ। ਸੋ ਉਹ 31 ਰਾਗ ਦੇ ਵਿੱਚ ਵੀ ਅੱਗੇ ਫਿਰ ਦੋ ਕਿਸਮਾਂ, ਕਿਸੇ ਰਾਗ ਦੀਆਂ ਤਿੰਨ ਕਿਸਮਾਂ ਵੀ ਆ, ਅਤੇ ਉਹ 60 ਤੋਂ ਵੀ ਉੱਪਰ ਬਣ ਜਾਂਦੇ ਜਿਹੜੇ ਗੁਰੂ ਸਾਹਿਬ ਦੇ ਵਿੱਚ ਨੇ। ਪਰ ਇਹੀ ਰਾਗ ਨਾ ਸਾਰੇ ਸੰਗੀਤ ਨੂੰ ਜਨਮ ਦੇ ਸਕਦੇ, ਚਾਹੇ ਉਹ ਸੰਗੀਤ ਸਾਡੇ ਭਾਰਤ ਦਾ ਜਾਂ ਕਿਸੇ ਵੀ ਦੇਸ਼ ਦਾ ਆ। ਰਾਗਾਂ ਤੋਂ ਬਾਹਰ ਕੁਛ ਨਹੀਂ। ਬਈ ਉਸ ਤੋਂ ਬਾਅਦ ਗੱਲ ਕਰਦੇ ਹਾਂ, ਤੁਹਾਡੀ ਕਿੱਥੋਂ ਸ਼ੁਰੂਆਤ ਹੁੰਦੀ ਹੈਗੀ? ਸੋ ਜਿਹੜੀ ਮੇਰੀ ਬੈਕਗਰਾਉਂਡ ਆ, ਮੇਰੇ ਫਾਦਰ ਸਾਹਿਬ ਵੀ ਕਿਸਾਨ ਦੇ ਨਾਲ ਉਹ ਇੱਕ ਸੰਗੀਤਕਾਰ ਵੀ ਨੇ। ਫਿਰ ਮੇਰੇ ਦਾਦਾ ਜੀ ਸੀਗੇ, ਉਹ ਵੀ ਕੀਰਤਨ ਵੀ ਕਰਦੇ ਸੀ, ਇੱਕ ਭਗਤੀ ਨੂੰ ਮੁੱਖ ਰੱਖ ਕੇ, ਪਰ ਮੇਨ ਪੇਸ਼ਾ ਖੇਤੀ ਰਿਹਾ ਉਹਨਾਂ ਦਾ ਵੀ। ਸੋ ਪਰ ਹੁਣ ਅਸੀਂ ਆ ਕੇ ਜਿਸ ਤਰ੍ਹਾਂ ਮੈਂ ਇਸ ਨੂੰ ਆਪਣਾ ਪ੍ਰੋਫੈਸ਼ਨ ਵੀ ਬਣਾਇਆ, ਮੈਂ ਯੂਨੀਵਰਸਿਟੀ ਦੇ ਵਿੱਚ ਜਿਹੜੀ ਮੁੱਢਲੀ ਸਿੱਖਿਆ ਤਾਂ ਪਹਿਲਾਂ ਘਰ 'ਚੋਂ ਹੀ ਪ੍ਰਾਪਤ ਹੋ ਗਈ, ਫਿਰ ਇੱਥੇ ਅਸੀਂ ਮਾਸਟਰ ਕੀਤੀ ਆ ਮੈਂ ਸੰਗੀਤ ਦੇ ਵਿੱਚ, ਇੰਸਟਰੂਮੈਂਟਲ ਮਿਊਜ਼ਿਕ ਦੇ ਵਿੱਚ। ਹੁਣ ਉਸ ਤੋਂ ਬਾਅਦ 'ਚ ਮਾਸਟਰ ਇਨ ਫਿਲਾਸਫੀ ਆਫ ਮਿਊਜ਼ਿਕ ਐਮਫਿਲ ਕੀਤੀ ਅਤੇ ਹੁਣ PhD ਚੱਲ ਰਹੀ ਹੈ ਮਿਊਜ਼ਿਕ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਥੇ ਹੀ। ਬਈ ਯੂਨੀਵਰਸਿਟੀ ਇੱਕ ਅਜਿਹਾ ਪਲੇਟਫਾਰਮ ਹੁੰਦਾ ਜਿੱਥੋਂ ਕਿ ਇਨਸਾਨ ਨੂੰ ਇੱਕ ਮਤਲਬ ਉਸ ਦਾ ਹੱਕ ਮਿਲਦਾ ਰਹਿੰਦਾ, ਹੈ ਨਾ?
ਬੜੇ ਪਲੇਟਫਾਰਮ ਆਉਂਦੇ ਨੇ ਯੂਨੀਵਰਸਿਟੀ ਦੇ ਵਿੱਚੋਂ, ਆਪਾਂ ਬੜੇ ਆਸੇ-ਪਾਸੇ ਵੀ ਦੇਖਦੇ ਆਂਗੇ। ਜਿਵੇਂ ਮੈਂ ਸਟਾਰਟਿੰਗ ਦੇ ਵਿੱਚੋਂ ਹੀ ਸਾਰਾ ਕੁਝ ਦੱਸਿਆ ਕਿ ਇੱਕ ਦੌਰ ਆਇਆ ਢਾਡੀ ਵਾਰਾਂ ਚੱਲੀਆਂ ਤਾਂ ਰੌਂਗਟੇ ਖੜੇ ਹੁੰਦੇ ਸੀ ਜਦੋਂ ਅਸੀਂ ਉਹ ਚੀਜ਼ਾਂ ਸੁਣਦੇ ਸੀ, ਤਾਂ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਸੀ। ਤੇ ਉਸ ਤੋਂ ਬਾਅਦ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਪੰਜਾਬ ਦੀ ਗਾਇਕੀ ਨੂੰ ਲੱਚਰਪਣਾ ਕਹਿਣ ਲੱਗਿਆ ਆ। ਅੱਜ ਦੀ ਗਾਇਕੀ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਗਾਇਕੀ ਕੁੱਲ ਮਿਲਾ ਕੇ ਜੇ ਅਸੀਂ 90% ਗੱਲ ਕਰੀਏ ਤਾਂ ਹੁਣ ਵੀ ਲੱਚਰ ਹੀ ਹੈ। ਕੁਛ ਸਿੰਗਰਸ ਹੈਗੇ, ਕੁਛ ਸੂਫੀ ਗਾਉਂਦੇ ਨੇ, ਕੁਛ ਰਾਗਾਂ ਦੇ ਵਿੱਚ ਵੀ ਗਾਉਂਦੇ ਨੇ, ਕੁਛ ਥੋੜਾ ਸੁਗਮ ਸੰਗੀਤ ਗਾਉਂਦੇ ਨੇ। ਪਰ ਜੇ ਓਵਰਆਲ ਦੇਖੀਏ ਤਾਂ ਜਿਹੜੀ ਪੰਜਾਬ ਦੀ ਗਾਇਕੀ ਬਹੁਤ ਗਲਤ ਪਾਸੇ ਜਾ ਰਹੀ ਆ। ਗਾਇਕੀ ਤਾਂ ਅਸੀਂ ਕਹਿ ਹੀ ਨਹੀਂ ਸਕਦੇ ਕਿਉਂਕਿ ਉਹਦੇ ਵਿੱਚ ਸੰਗੀਤ ਦਾ ਤਾਂ ਕੋਈ ਨਾਮ ਹੀ ਨਹੀਂ ਰਿਹਾ। ਮੈਂ ਹੁਣ ਸਿੰਗਰਸ ਦੇ ਨਾਮ ਤਾਂ ਕੀ ਲੈਣੇ, ਸਾਰੇ ਲੋਕ ਜਾਣਦੇ ਹੀ ਨੇ, ਪੜ੍ਹੇ ਲਿਖੇ ਲੋਕ ਸਭ ਸਮਝਦੇ ਨੇ। ਪਰ ਜੇ ਅਸੀਂ ਉਹ ਚੀਜ਼ ਨੂੰ ਨਾ ਰੋਕਿਆ, ਉਹ ਜਿੱਥੇ ਸੰਗੀਤ ਨੂੰ ਖ਼ਤਮ ਕਰਨਗੀਆਂ ਉਹ ਚੀਜ਼ਾਂ, ਉੱਥੇ ਜੋ ਸਾਡੀਆਂ ਮਾਨਸਿਕ ਸੰਤੁਲਨ ਵੀ ਖਰਾਬ ਕਰਨਗੀਆਂ, ਜੋ ਕਿ ਹੋ ਰਿਹਾ ਖਾਸ ਕਰਕੇ ਯੂਥ ਦਾ, ਜੋ ਕਿ ਅੱਜ ਕੱਲ੍ਹ ਦੇ ਗਾਣੇ ਸੁਣ ਕੇ ਉਸ ਹਿਸਾਬ ਨਾਲ ਆਪਣੇ ਆਪ ਨੂੰ ਸਮਝ ਕੇ ਤੇ ਉਸੇ ਤਰ੍ਹਾਂ ਦੁਨੀਆ ਦੇ ਵਿੱਚ ਡੀਲ ਕਰਦੇ ਆ, ਜੋ ਕਿ ਪ੍ਰੈਕਟੀਕਲ ਨਹੀਂ ਹੈ। ਬਈ ਤੁਸੀਂ ਕਿਹਾ ਵੀ ਯੂਥ ਦੀ ਗੱਲ ਕਰੀ ਆ, ਹਨਾ, ਪਿੱਛੇ ਜੇ ਕੰਟਰੋਵਰਸੀਆਂ ਦੇ ਵਿੱਚ ਆਏ, ਕੁਝ ਕੁ ਯੂਥ ਫਲਾਣੇ ਵੱਲ ਹੋ ਕੇ ਖੜ ਗਿਆ, ਕੁਝ ਕੁ ਦੂਜੇ ਵੱਲ ਹੋ ਕੇ ਖੜ ਗਿਆ, ਕੁਝ ਕੁ ਲੜਾਈ ਝਗੜਿਆਂ ਦਾ ਮਾਹੌਲ ਵੀ ਰਿਹਾ, ਹਨਾ। ਇੱਕ ਇਹ ਪਲੇਟਫਾਰਮ ਦਿੱਤਾ ਸਾਨੂੰ ਫੋਨ ਦਾ, ਜਿਸ ਦੇ ਵਿੱਚ ਸੋਸ਼ਲ ਮੀਡੀਆ ਆਇਆ। ਸੋਸ਼ਲ ਮੀਡੀਆ ਦੇ ਉੱਪਰ ਮਾਵਾਂ ਭੈਣਾਂ ਦੀਆਂ, ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਜਾਣ ਲੱਗੀਆਂ, ਮੈਂ ਉਹਦਾ ਫੈਨ ਆ, ਮੈਂ ਉਹਦਾ ਫੈਨ ਆ। ਕੀ ਇਦਾਂ ਦਾ ਕਦੇ ਮਿਊਜ਼ਿਕ ਦੇ ਵਿੱਚ ਤੁਹਾਨੂੰ, ਤੁਸੀਂ PhD ਕਰ ਰਹੇ ਹੋ, ਤੁਹਾਨੂੰ ਪੜ੍ਹਾਇਆ ਜਾਂਦਾ ਵੀ ਤੁਸੀਂ ਵੀ ਫਲਾਣੇ ਨੂੰ ਉਹ ਕਰੋ? ਜੋ ਸੰਗੀਤ ਆ ਨਾ, ਤਿੰਨ ਅੱਖਰਾਂ ਦਾ ਸੁਮੇਲ ਆ ਸੰਗੀਤ, ਤੇ ਜੋੜਦਾ ਆ, ਸਾਨੂੰ ਤੋੜਦਾ ਨਹੀਂ। ਜਿਹੜਾ ਬੰਦਾ ਸੱਚੀ ਸੰਗੀਤ ਦੀ ਡੈਫੀਨੇਸ਼ਨ ਸਮਝਦਾ ਆ, ਉਹ ਆਪਣੇ ਆਪ ਨੂੰ ਪਹਿਲਾਂ ਤਾਂ ਆਪਣੇ ਆਪ ਨਾਲ ਜੋੜੇਗਾ, ਉਸ ਤੋਂ ਬਾਅਦ ਬਾਕੀ ਸਭ ਨੂੰ ਜੋੜੇਗਾ। ਜਿੱਥੇ ਕਿਤੇ ਸੰਗੀਤ ਦੇ ਨਾਮ ਤੇ ਲੜਾਈ ਹੋ ਰਹੀ ਹੈ, ਗਾਇਕੀ ਦੇ ਨਾਮ ਤੇ ਲੜਾਈ ਹੋ ਰਹੀ, ਪਹਿਲੇ ਨੰਬਰ ਤੇ ਉਹ ਤਾਂ ਸੰਗੀਤ ਹੈ ਹੀ ਨਹੀਂ। ਜੇ ਕੋਈ ਕਹਿ ਰਿਹਾ ਕਿ ਮੈਂ ਉਸ ਦਾ ਫੈਨ ਜਾਂ ਉਸ ਦਾ ਫੈਨ, ਸਭ ਤੋਂ ਪਹਿਲਾਂ ਆਪਣੇ ਆਪ ਦੇ ਫੈਨ ਬਣੋ, ਥੋੜ੍ਹਾ ਬਹੁਤਾ ਧਿਆਨ ਲਗਾਓ, ਰੱਬ ਦੇ ਨਾਲ ਜੁੜੋ, ਤਾਂ ਕਿ ਤੁਹਾਨੂੰ ਪਤਾ ਲੱਗੇ ਤੁਸੀਂ ਅਸਲ 'ਚ ਆਪ ਕੀ ਹੋ। ਦੂਸਰਿਆਂ ਦੇ ਮਗਰ ਬਾਹਰ ਜਾਣ ਦੀ ਲੋੜ ਹੈ। ਜੇ ਕੁਛ ਲੋਕ ਵੀ ਥੋੜ੍ਹਾ ਜਿਹਾ ਇੱਦਾਂ ਕਰਨ ਲੱਗ ਜਾਣ ਤਾਂ ਮੇਰੇ ਖਿਆਲ ਇਹ ਚੀਜ਼ਾਂ ਜਿਹੜੀਆਂ ਕੰਟਰੋਵਰਸ਼ੀਅਲ ਚੱਲਦੀਆਂ ਕਾਫੀ ਘੱਟ ਜਾਣਗੀਆਂ। ਸੋ ਇਹਦਾ ਧਿਆਨ ਰੱਖਣਾ ਚਾਹੀਦਾ ਆ। ਸੰਗੀਤ ਨੂੰ ਸਾਫ਼ ਸੁਥਰੇ ਤਰੀਕੇ ਨਾਲ ਪਹਿਲਾਂ ਸ਼ੁਰੂਆਤ ਕਰੀਏ ਸੁਣਨ ਦੀ, ਫਿਰ ਆਪਣੇ ਆਪ ਹੀ ਸਾਨੂੰ ਰਸਤਾ ਮਿਲ ਜਾਏਗਾ। ਨਹੀਂ, ਨੌਜਵਾਨੀ ਨੂੰ ਕਿਵੇਂ ਸਮਝਾਇਆ ਜਾਵੇ? ਤੁਸੀਂ ਇੱਕ ਨੌਜਵਾਨ ਹੋ, ਤੁਸੀਂ ਕਹਿ ਰਹੇ ਹੋ ਵੀ ਪਹਿਲਾਂ ਆਪਣੇ ਆਪ ਦੇ ਫੈਨ ਬਣਨਾ ਚਾਹੀਦਾ, ਫਿਰ ਕਿਸੇ ਦੇ ਜਾ ਕੇ ਫੈਨ ਬਣੋ, ਹਨਾ। ਪਰ ਨੌਜਵਾਨੀ ਨੂੰ ਕਿਵੇਂ ਸਮਝਾਇਆ ਜਾਵੇ? ਨੌਜਵਾਨੀ ਨੂੰ ਬੜਾ ਕੂਕਦੇ ਰਹੀਦਾ ਵੀ ਯਾਰ ਐਦਾਂ ਨਹੀਂ ਹੁੰਦਾ, ਐਦਾਂ ਹੁੰਦਾ। ਇੱਕ ਹੁਣ ਦੌਰ ਵੀ ਚੱਲਿਆ ਆਈਲੈਟਸਾਂ ਦਾ ਦੌਰ, ਹਰ ਕੋਈ ਬਾਹਰ ਨੂੰ ਭੱਜ ਰਿਹਾ, ਪੰਜਾਬ ਖਾਲੀ ਹੋ ਰਿਹਾ, ਕੀ ਇੱਥੇ ਕੰਮ ਨਹੀਂ ਰਹੇ? ਸਾਡਾ ਜਿਹੜਾ ਯੂਥ ਹੈ ਨਾ, ਇਹ ਸਭ ਤੋਂ ਜ਼ਿਆਦਾ ਖਰਾਬ ਹੋ ਰਿਹਾ ਕੰਮ, ਜਿਹੜਾ ਅਸੀਂ ਸ਼ੋਅ ਆਫ ਦੇ ਵਿੱਚ ਫਸ ਗਏ ਹਾਂ, ਦਿਖਾਵੇ ਦੇ ਵਿੱਚ। ਦਿਖਾਵੇ ਵਿੱਚ ਫਸਣ ਕਰਕੇ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ। ਪਹਿਲਾਂ ਤਾਂ ਦਿਖਾਵਾ ਬੰਦ ਕਰਨਾ ਚਾਹੀਦਾ ਆ। ਜੋ ਅਸੀਂ ਹੈ ਉਹਨੂੰ ਐਕਸੈਪਟ ਕਰੋ ਕਿ ਅਸੀਂ ਆਹ ਹੈਗੇ ਹਾਂ। ਪੜ੍ਹਨਾ ਲਿਖਣਾ ਬਹੁਤ ਜ਼ਰੂਰੀ ਆ, ਕਿਉਂਕਿ ਉਹਦੇ ਨਾਲ ਤੁਹਾਡਾ ਥੋੜ੍ਹੀ ਸੋਚ ਖੁੱਲ੍ਹੇਗੀ। ਘੁੰਮੋ ਫਿਰੋ ਕਿਤੇ, ਟਰੈਵਲ ਕਰੋ, ਟਰੈਵਲ ਕਰਨ ਦੇ ਨਾਲ ਵੀ ਬਹੁਤ ਚੀਜ਼ਾਂ ਦਾ ਪਤਾ ਲੱਗਦਾ। ਜਦੋਂ ਅਸੀਂ ਇੱਕੋ ਜਗ੍ਹਾ ਟਿਕੇ ਰਹਿੰਦੇ ਹਾਂ ਅਤੇ ਉੱਤੋਂ ਸਾਡੇ ਜੋ ਅੱਜ ਕੱਲ੍ਹ ਦੀ ਗਾਇਕੀ ਸਾਨੂੰ ਹੋਰ ਖ਼ਰਾਬ ਕਰ ਦਿੰਦੀ ਆ, ਅਤੇ ਫਿਰ ਇੱਕੋ ਹੀ ਚੀਜ਼ ਰਹਿ ਜਾਂਦੀ ਜੀ, ਮੈਂ ਬਾਹਰ ਜਾਣਾ ਜਾਂ ਮੈਂ ਆਹ ਕਰਨਾ ਜਾਂ ਮੈਂ ਉਹ ਕਰਨਾ, ਪਰ ਅਸਲ ਦੇ ਵਿੱਚ ਫਿਰ ਅਸੀਂ ਕੁਛ ਨਹੀਂ ਕਰਦੇ। ਸੋ ਯੂਥ ਨੂੰ ਮੇਰੀ ਇਹੀ ਸਲਾਹ ਆ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਨਿਖਾਰੋ, ਆਪਣੇ ਆਪ ਨੂੰ ਸੁਧਾਰੋ। ਦੂਸਰਿਆਂ ਦੀ ਗੱਲ ਬਾਅਦ 'ਚ ਕਰੀਏ, ਪਹਿਲਾਂ ਆਪਣੇ ਆਪ ਨੂੰ ਸਾਫ਼ ਕਰੀਏ। ਸੋ ਉਹ ਆਪਣੇ ਆਪ ਨੂੰ ਸਾਫ਼ ਕਰਨ ਦੇ ਕਾफ़ੀ ਤਰੀਕੇ ਨੇ। ਪੜ੍ਹਾਈ ਕਰੋ, ਆਪਣੇ ਆਪ ਦੇ ਨਾਲ ਬੈਠੋ, ਇਕੱਲੇ ਬੈਠੋ, ਥੋੜ੍ਹਾ ਘੁੰਮੋ ਫਿਰੋ, ਕਿਤਾਬਾਂ ਪੜ੍ਹੋ, ਸਾਫ਼ ਸੁਥਰਾ ਸੰਗੀਤ ਸੁਣੋ। ਜ਼ਿਆਦਾ ਰਾਗ ਨਹੀਂ ਸੁਣ ਸਕਦੇ ਤਾਂ ਥੋੜ੍ਹਾ ਬਹੁਤਾ ਵੀ ਲਾਈਟ ਮਿਊਜ਼ਿਕ ਸੁਣ ਲਓ, ਜਿਹਦੇ ਵਿੱਚ ਘੱਟੋ ਘੱਟ ਸੰਗੀਤ ਤਾਂ ਹੈ। ਸੋ ਉਹਦੇ ਨਾਲ ਹੀ ਮੇਰੇ ਖਿਆਲ ਇੰਨਾ ਕੁ ਦੇ ਨਾਲ ਹੀ ਫ਼ਰਕ ਪੈਣਾ ਸ਼ੁਰੂ ਹੋ ਜਾਏਗਾ। ਬਈ ਇੱਕ ਗੱਲ ਬੜੀ ਵੱਡੀ ਆ ਜਿਹਣ ਦੇ ਵਿੱਚ, ਜੇ ਗੱਲ ਕਰੀਏ ਤਾਂ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਸੀ ਕਿ 4 ਵਜੇ ਉੱਠਦੇ ਸੀ, ਉਹ ਗੁਰਦੁਆਰਾ ਸਾਹਿਬ ਜਾਂਦੇ ਸੀ, ਨਿਤਨੇਮ ਕਰਦੇ ਸੀ। ਪਰ ਅੱਜ ਕੱਲ੍ਹ ਦਾ ਯੂਥ ਕਿਉਂ ਉਧਰਲੇ ਪਾਸੇ ਨੂੰ ਘਟਦਾ ਜਾ ਰਿਹਾ ਗਾ? ਸੋ ਦੇਖੋ, ਇਹ ਸਮਾਂ ਹੀ ਇੱਦਾਂ ਦਾ ਕਿ ਸਾਡੀ ਜੋ ਇਨਸਾਨ ਦਾ ਮਾਈਂਡ ਹੈ ਨਾ, ਇਹ ਹੈਗਾ ਭੇਡ ਚਾਲ ਵਾਲੇ ਪਾਸੇ ਨੂੰ ਜ਼ਿਆਦਾ ਤੁਰਦਾ, ਜਦ ਕਿ ਆਪਣੇ ਆਪ ਨੂੰ ਸਮਝਣ ਤੋਂ ਪਹਿਲਾਂ। ਸੋ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਇਨਸਾਨ ਬਹੁਤ ਜ਼ਿਆਦਾ ਕੁਦਰਤੀ ਸੀਗਾ, ਕੁਦਰਤ ਦੇ ਨਾਲ ਰਲ ਕੇ ਚੱਲਦਾ ਸੀ, ਉਹਨੂੰ ਕੁਝ ਕਹਿਣ ਦੀ ਵੀ ਲੋੜ ਨਹੀਂ ਸੀ। ਜਦੋਂ ਕੁਦਰਤ ਉੱਠਦੀ ਸੀਗੀ, ਇਨਸਾਨ ਉੱਠਦਾ ਸੀ, ਕੁਦਰਤ ਸੌਂਦੀ ਸੀ, ਇਨਸਾਨ ਸੌਂਦਾ ਸੀ। ਜਿੱਦਾਂ ਜਿੱਦਾਂ ਇਹ ਚੀਜ਼ਾਂ ਉਲਟੀਆਂ ਹੋ ਰਹੀਆਂ, ਇਸ ਤੋਂ ਦੂਰ ਜਾ ਰਹੇ ਹਾਂ, ਉੱਦਾਂ ਉੱਦਾਂ ਅਸੀਂ ਆਪਣੇ ਆਪ ਨੂੰ ਖਤਮ ਕਰ ਰਹੇ ਹਾਂ। ਸੋ ਇਹੀ ਚੀਜ਼ ਠੀਕ ਕਰਨ ਦੀ ਲੋੜ ਆ। ਬਈ ਗੱਲ ਕਰੀਏ ਤਾਂ ਕਿਸੇ ਟਾਈਮ, ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਸਵੇਰੇ 4 ਵਜੇ ਉੱਠ ਕੇ ਪਾਠੀ ਨੇ ਨਿਤਨੇਮ ਕਰਨਾ ਸ਼ੁਰੂ ਕਰ ਦੇਣਾ, ਅਤੇ ਉਸ ਤੋਂ ਬਾਅਦ ਕੀਰਤਨ ਕਥਾ ਹੁੰਦੀ ਸੀ। ਅੱਜ ਉਹ ਚੀਜ਼ਾਂ ਨੂੰ ਬਹੁਤ ਘੱਟ ਸੁਣਦੇ ਨੇ। ਅਸੀਂ ਜਾ ਕੇ ਆਪ ਦੇਖਿਆ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਲੋਕ ਬੈਠਦੇ ਨਹੀਂ ਹੈਗੇ ਕੀਰਤਨ ਦੇ ਸਮੇਂ। ਇਹਦਾ ਕਾਰਨ ਕੀ ਮੰਨਦੇ ਹੋ? ਮੇਨ ਕਾਰਨ ਕੀ ਇਹਦਾ? ਮੇਨ ਕਾਰਨ ਤਾਂ ਕੋਈ ਆਪਾਂ ਇੱਕ ਨਹੀਂ ਕਹਿ ਸਕਦੇ, ਕਾਫੀ ਕਾਰਨ ਹੋ ਸਕਦੇ ਛੋਟੇ ਮੋਟੇ। ਹਰੇਕ ਦੀ ਆਪਣੀ ਸੋਚ ਦੇ ਨਾਲ ਕਿਹਨੇ ਕਿਹੜਾ ਕਾਰਨ ਲਿਆ ਆ।
ਜੇ ਕੋਈ ਇਨਸਾਨ ਬਹੁਤ ਦਿਖਾਵੇ 'ਚ ਫਸਿਆ ਹੋਇਆ ਜਾਂ ਅੱਜ ਕੱਲ੍ਹ ਦੀ ਲੱਚਰ ਗਾਇਕੀ 'ਚ ਫਸਿਆ, ਉਹਦੇ ਲਈ ਤਾਂ ਉਹ ਕਾਰਨ ਬਣ ਜਾਏਗਾ। ਕੋਈ ਸਿਰਫ ਪੈਸੇ ਦੀ ਦੌੜ ਦੇ ਮਗਰ ਲੱਗਿਆ ਹੋਇਆ ਕਿ ਮੈਂ ਪੈਸਾ ਕਮਾ ਲੈਣਾ, ਉਹਦੇ ਲਈ ਸ਼ਾਇਦ ਉਸ ਪਾਸੇ ਟੁੱਟਣ ਦਾ ਉਹ ਕਾਰਨ ਬਣ ਜਾਏਗਾ। ਕਿਸੇ ਦਾ ਕੋਈ ਹੋਰ ਕਾਰਨ ਬਣ ਜਾਏਗਾ ਬਸ। ਸੋ ਇਸ ਦੇ ਕਾਫੀ ਛੋਟੇ ਛੋਟੇ ਕਾਰਨ ਨੇ ਜੀ, ਉਹਨਾਂ ਨੂੰ ਸੁਧਾਰ ਲਈਏ ਤਾਂ ਇਹ ਠੀਕ ਹੋ ਸਕਦਾ। ਨਹੀਂ ਸੁਧਾਰਾਂਗੇ ਤਾਂ ਹੁਣ ਕਰੋਨਾ ਚੱਲ ਰਿਹਾ, ਇੱਕ ਤਰ੍ਹਾਂ ਦੀ ਕੁਦਰਤ ਦੀ ਮਾਰ ਕਹਿ ਲਓ, ਫਿਰ ਕੁਦਰਤ ਵੀ ਆਪਣੇ ਆਪ ਸਮਝਾ ਦਿੰਦੀ ਹੈ। ਤੁਸੀਂ ਕਰੋਨਾ ਦੀ ਗੱਲ ਕਰੀ, ਅੱਜ ਯੂਨੀਵਰਸਿਟੀ ਬੜੇ ਟਾਈਮ ਬਾਅਦ ਦੇਖਿਆ ਇੰਨੇ ਕਿ ਚਹਿਲ ਪਹਿਲ ਯੂਨੀਵਰਸਿਟੀ ਦੇ ਵਿੱਚ 2 ਸਾਲ ਹੋ ਗਿਆ ਤਕਰੀਬਨ, ਮੈਨੂੰ ਲੱਗਦਾ ਇੰਨੀ ਚਹਿਲ ਪਹਿਲ 2 ਸਾਲ ਪਹਿਲਾਂ ਨਹੀਂ ਸੀ ਦੇਖੀ, 2 ਸਾਲਾਂ ਬਾਅਦ ਦੇਖੀ ਹੈਗੀ। ਕਿਵੇਂ ਦਾ ਲੱਗਿਆ? ਤੁਹਾਡੇ ਮਿਊਜ਼ਿਕ ਤੇ ਵੀ ਕੋਈ ਅਸਰ ਪਿਆ ਇਸ ਚੀਜ਼ ਦਾ? ਦੇਖੋ, ਕਿਉਂਕਿ ਜਿਹੜਾ ਸੰਗੀਤਕਾਰ ਜਾਂ ਆਰਟਿਸਟ ਹੈ ਨਾ, ਉਹ ਕਿਸੇ ਤਰ੍ਹਾਂ ਦਾ ਵੀ ਸਮਾਂ ਹੋਵੇ ਉਹਦੇ ਵਿੱਚ ਐਡਜਸਟ ਕਰਨਾ ਸਿੱਖਿਆ ਹੁੰਦਾ ਉਹਨੇ। ਸੋ ਸਾਡੇ ਲਈ ਜਦੋਂ ਕਰੋਨਾ ਸੀ, ਸਾਨੂੰ ਤਾਂ ਰਿਆਜ਼ ਕਰਨ ਦਾ ਬਹੁਤ ਵਧੀਆ ਟਾਈਮ ਮਿਲ ਗਿਆ। ਅਸੀਂ ਆਰਾਮ ਨਾਲ ਕੁਦਰਤ 'ਚ ਬੈਠ ਕੇ, ਬਾਹਰ ਬੈਠ ਕੇ ਜਾਂ ਅੰਦਰ ਬੈਠ ਕੇ ਰਿਆਜ਼ ਕੀਤਾ। ਸੋ ਉਹ ਸਮਾਂ ਵੀ ਬਹੁਤ ਸੋਹਣਾ ਸੀ। ਜੇ ਹੁਣ ਖੁੱਲ੍ਹਣ ਲੱਗਿਆ, ਥੋੜ੍ਹਾ ਦਿਖਣ ਲੱਗਿਆ, ਕਿਉਂਕਿ ਬੰਦੇ ਨੂੰ ਇੱਕ ਕਰਾਊਡ ਵੀ ਚਾਹੀਦਾ, ਸੋਸ਼ਲ ਥੋੜ੍ਹਾ ਜਿਹਾ ਹੋਣਾ ਜ਼ਰੂਰੀ ਆ। ਸੋ ਇਹ ਵਧੀਆ ਲੱਗਿਆ ਕਿ ਚਲੋ ਥੋੜ੍ਹਾ ਬਹੁਤਾ ਖੁੱਲ੍ਹ ਰਿਹਾ, ਹੁਣ ਹੌਲੀ ਹੌਲੀ ਖੁੱਲ੍ਹੇਗਾ ਜੇ ਅਸੀਂ ਧਿਆਨ ਰੱਖਾਂਗੇ ਤਾਂ ਵਧੀਆ ਲੱਗਿਆ ਇਹ ਦੇਖ ਕੇ। ਬਈ ਤੁਹਾਡਾ ਪਿੰਡ, ਤੁਸੀਂ ਆਪਾਂ ਗੱਲਬਾਤ ਕਰ ਰਹੇ ਸੀ ਕਿ ਡਾਕਟਰ ਸਤਿੰਦਰ ਸਰਤਾਜ ਜਿਹੜੇ ਕਿ ਸੂਫੀ ਕਲਾਕਾਰ ਨੇ, ਜਿਨ੍ਹਾਂ ਨੂੰ ਸੁਣਦਿਆਂ ਨੂੰ ਸਿਰ ਝੁਕ ਜਾਂਦਾ ਵੀ ਯਾਰ ਇਦੋਂ ਉੱਤੇ ਤਾਂ ਕੁਝ ਹੈ ਨਹੀਂ। ਤੁਹਾਡਾ ਪਿੰਡ ਉਹਨਾਂ ਦੇ ਪਿੰਡ ਦੇ ਬਿਲਕੁਲ ਨਜ਼ਦੀਕ ਆ, ਕਦੇ ਮਿਲਣ ਦਾ ਸਬੱਬ ਹੋਇਆ ਉਹਨਾਂ ਨਾਲ? ਹਾਂਜੀ, ਮੇਰਾ ਪਿੰਡ ਹੈਗਾ ਬੌਣ, ਜੋ ਕਿ ਹੁਸ਼ਿਆਰਪੁਰ ਦੇ ਲਾਗੇ ਆ, ਅਤੇ ਸਰਤਾਜ ਹੋਣਾ ਦਾ ਪਿੰਡ ਹੈਗਾ ਹੈ ਬਜਰੌਰ। ਸਿਰਫ ਇੱਕ ਗੁਰਦੁਆਰਾ ਸਾਹਿਬ ਪਿੰਡ ਦੇ ਦੋਵਾਂ ਪਿੰਡਾਂ ਦੇ ਵਿਚਕਾਰ ਆਉਂਦੇ ਆ, ਜਿਹੜੇ ਦੋਹਾਂ ਪਿੰਡਾਂ ਨੂੰ ਜੋੜਦੇ ਆ। ਗੁਰਦੁਆਰੇ ਸਾਰੇ ਹੀ ਜੋੜਦੇ ਆ। ਸੋ ਗੁਰਦੁਆਰੇ ਸਾਹਿਬ ਦਾ ਨਾਮ ਹੈਗਾ ਗੁਰਦੁਆਰਾ ਹਰੀਆਂ ਵੇਲਾਂ। ਸੋ ਕਾਫੀ ਸ਼ੁਰੂ ਤੋਂ ਉੱਥੇ ਆਉਂਦੇ ਜਾਂਦੇ ਆ, ਅਤੇ ਸ਼ਾਇਦ ਇੱਕ ਦੋ ਵਾਰੀ ਉੱਥੇ ਮਿਲੇ ਵੀ ਸੀਗੇ। ਅਤੇ ਪਿੰਡ ਨਾਲ ਹੋਣ ਕਰਕੇ ਮੇਰੇ ਖਿਆਲ ਨਾਲ ਹੁਸ਼ਿਆਰਪੁਰ ਜ਼ਿਲ੍ਹਾ ਜੋ ਦੁਆਬਾ ਹੈ ਨਾ, ਉੱਥੇ ਕਾਫੀ ਸੰਗੀਤਕਾਰ ਪੜ੍ਹੇ ਲਿਖੇ ਲੋਕ ਕਾਫੀ ਨੇ ਉੱਧਰ ਜੀ। ਗੱਲ ਕਰੀ ਹੈ ਕਿ ਅੱਜ ਸੁਣ ਵੀ ਰਹੇ ਹੋਣੇ ਆ ਤੁਹਾਨੂੰ ਸਤਿੰਦਰ ਸਰਤਾਜ ਵੀ, ਕਦੇ ਨਾ ਕਦੇ ਹੋ ਸਕਦਾ ਸਾਡੀ ਇੰਟਰਵਿਊ ਜਰੀਏ ਤੁਹਾਨੂੰ ਸੁਣ ਲੈਣ। ਕੀ ਕਹਿਣਾ ਚਾਹੋਗੇ ਉਹਨਾਂ ਦੇ ਨਾਲ? ਕਦੇ ਕੰਮ ਕਰਨ ਦਾ ਜੇ ਮੌਕਾ ਮਿਲਿਆ ਤਾਂ ਕਰੋਗੇ? ਹਾਂਜੀ, ਦੇਖੋ, ਸੰਗੀਤਕਾਰ ਦਾ ਤਾਂ ਇਹੀ ਹੁੰਦਾ ਕਿ ਉਹਨੂੰ ਆਪਣੀ એનર્ਜੀ ਦਾ ਬੰਦਾ ਮਿਲ ਜਾਵੇ, ਚਾਹੇ ਕੋਈ ਵੀ ਹੋਵੇ, ਬਹੁਤ ਵੱਡਾ ਹੋਵੇ ਤੇ ਚਾਹੇ ਬਹੁਤ ਛੋਟਾ, ਉਹ ਤਾਂ ਫਰਕ ਪੈਂਦਾ ਹੀ ਨਹੀਂ। ਸੇਮ એનર્ਜੀ, ਸੇਮ ਵਾਈਬਸ ਜਦੋਂ ਮਿਲ ਜਾਂਦੀਆਂ ਤਾਂ ਜੋ ਕੰਮ ਕਰਨ ਦਾ ਆਨੰਦ ਆਉਂਦਾ ਉਹ ਵੱਖਰਾ ਹੀ ਹੁੰਦਾ ਹੈ। ਕਿਉਂਕਿ ਤੁਹਾਡੀਆਂ ਸੋਚਾਂ ਫਿਰ ਜਦੋਂ ਸੇਮ ਚੱਲਦੀਆਂ ਨਾ, ਉਹ ਇੱਕ ਦੋ ਸ਼ਕਤੀਆਂ ਇਕੱਠੀਆਂ ਹੋ ਜਾਂਦੀਆਂ, ਤਾਂ ਕੁਝ ਵੱਖਰਾ ਹੀ ਅਸੀਂ ਫਿਰ ਬਣਾ ਸਕਦੇ ਹਾਂ, ਸੰਗੀਤ ਵਿੱਚ ਕਹਿ ਲਓ ਜਾਂ ਲਿਖਣ ਦੇ ਵਿੱਚ ਕਹਿ ਲਓ। ਸੋ ਜ਼ਰੂਰ ਕੰਮ ਕਰਾਂਗੇ ਜੇ ਮੌਕਾ ਮਿਲੇਗਾ ਤਾਂ। ਸੁਖਵੰਤ ਸਿੰਘ ਕੀ ਚਾਹੁੰਦੇ ਨੇ ਵੀ ਇਦੋਂ ਗਾਹਾਂ ਕੀ ਅਸੀਂ ਜਾ ਸਕੀਏ? ਕਿੱਥੋਂ ਕੁ ਤੱਕ ਚਾਹੁੰਦੇ ਨੇ ਵੀ ਅਸੀਂ ਇੱਥੋਂ ਕੁ ਤੱਕ ਜਾਣਾਗਾ? ਜਿਵੇਂ ਬਾਬੇ ਨਾਨਕ ਨੇ ਕਿਹਾ ਕਿ ਸਬਰ ਦਾ ਫਲ ਮਿੱਠਾ ਹੁੰਦਾ ਗਾ, ਹੈ ਨਾ, ਵੀ ਕਿਤੇ ਨਾ ਕਿਤੇ ਜਾ ਕੇ ਸਾਨੂੰ ਕਿਹਾ ਜਾਂਦਾ ਇਹ ਗੱਲਾਂ ਵੀ ਜਿਹੜਾ ਸਬਰ ਆ ਉਹ ਮਿੱਠਾ ਹੁੰਦਾ, ਉਹਦਾ ਫਲ ਜਿਹੜਾ, ਤੇ ਵੀ ਉੱਚਾ ਨਹੀਂ ਹੋਣਾ ਚਾਹੀਦਾ, ਨੀਵਾਂ ਹੋ ਕੇ ਚੱਲਣਾ ਚਾਹੀਦਾ। ਕਿੱਥੋਂ ਤੱਕ ਤੁਹਾਨੂੰ ਲੱਗਦਾ ਗਾ? ਸੋ ਜਿਸ ਤਰ੍ਹਾਂ ਕਿ ਮੈਂ ਘਰ ਦੇ ਵਿੱਚੋਂ ਹੀ ਸਿੱਖਿਆ ਕਿ ਮੇਰੇ ਪਿਤਾ ਜੀ, ਫਿਰ ਮੇਰੇ ਦਾਦਾ ਜੀ, ਪੇਸ਼ਾ ਉਹਨਾਂ ਨੇ ਕਿਸਾਨ ਦਾ ਹੀ ਰੱਖਿਆ, ਫਾਰਮਿੰਗ ਹੀ ਕੀਤੀ, ਹੁਣ ਤੱਕ ਵੀ ਕਰ ਰਹੇ ਨੇ। ਪਰ ਉਹਨਾਂ ਨੇ ਸੰਗੀਤ ਜਾਂ ਕੀਰਤਨ, ਸ਼ਬਦ ਕੀਰਤਨ ਕਹਿ ਲਓ, ਭਗਤੀ ਭਾਵ ਨੂੰ ਮੁੱਖ ਰੱਖ ਕੇ ਕੀਤਾ। ਜੇ ਹੁਣ ਮੈਂ ਅੱਜ ਵਾਇਲਨ ਸਿੱਖ ਰਿਹਾ ਅਤੇ ਵਜਾ ਰਿਹਾ ਜਾਂ ਸੰਗੀਤ ਦੀ ਲਾਈਨ ਦੇ ਵਿੱਚ ਹਾਂ, ਸੋ ਸਭ ਤੋਂ ਪਹਿਲਾਂ ਮੇਜਰ ਮੇਰੀ ਥਿੰਕਿੰਗ ਇਹੀ ਰਹਿੰਦੀ ਹੈ ਕਿ ਮੈਂ ਆਪਣੇ ਸੰਗੀਤ ਦੇ ਨਾਲ, ਕੁਦਰਤ ਦੇ ਨਾਲ ਜੁੜਿਆ ਰਹਾਂ ਜਾਂ ਹੋਰ ਜ਼ਿਆਦਾ ਜੁੜਾਂ, ਪਰਮਾਤਮਾ ਦੇ ਨਾਲ ਜੁੜਾਂ। ਉਸ ਤੋਂ ਬਾਅਦ ਫਿਰ ਮੇਰਾ ਇਹ ਪ੍ਰੋਫੈਸ਼ਨ ਵੀ ਆ। ਸੋ ਇਸ ਦੇ ਵਿੱਚ ਮੈਂ ਜਿੰਨੀ ਵੀ ਮਿਹਨਤ ਮੈਂ ਕਰਾਂਗਾ ਉਹ ਥੋੜ੍ਹੀ ਰਹੇਗੀ, ਪਰ ਕਰਕੇ ਮੈਂ ਜਿੱਥੇ ਤੱਕ ਵੀ ਅਕਾਲ ਪੁਰਖ ਦੀ ਕਿਰਪਾ ਨਾਲ ਮੈਂ ਇਸ ਮੁਕਾਮ 'ਤੇ ਅੱਗੇ ਜਾ ਕੇ ਪਹੁੰਚਾਂਗਾ, ਉਹ ਮੈਨੂੰ ਵਧੀਆ ਲੱਗੇਗਾ। ਇੱਕ ਜੇ ਗੱਲ ਕਰੀਏ ਤਾਂ ਬਈ ਹੋਰ ਕਿਹੜੇ ਕਿਹੜੇ ਤੁਸੀਂ ਸਾਜ਼ ਵਜਾ ਲੈਂਦੇ ਹੋ? ਇੱਕ ਤਾਂ ਇਹ ਤੁਹਾਡੇ ਹੱਥ ਦੇ ਵਿੱਚ ਫੜਿਆ ਹੋਇਆ ਸਾਜ਼ ਆ, ਇੱਕ ਤਾਂ ਇਹ ਅਸੀਂ ਸੁਣ ਵੀ ਰਹੇ ਸੀ, ਤੁਸੀਂ ਵਜਾ ਵੀ ਰਹੇ ਸੀ, ਤੇ ਹੋਰ ਕਿਹੜੇ ਕਿਹੜੇ ਸਾਜ਼ ਵਜਾ ਲੈਂਦੇ ਹੋ ਜਿਹੜੇ ਤੁਹਾਨੂੰ ਪਸੰਦ ਲੱਗਦੇ ਨੇ ਵੀ ਹਾਂ ਮੈਨੂੰ ਆਹ ਵਧੀਆ ਲੱਗਦੇ ਨੇ? ਜੀ, ਇੱਕ ਤਾਂ ਥੋੜ੍ਹਾ ਬਹੁਤ ਬੇਸਿਕ ਮੈਂ ਪਿਆਨੋ ਵਜਾ ਲੈਂਦਾ, ਕਿਉਂਕਿ ਵਾਇਲਨ ਅਤੇ ਪਿਆਨੋ ਦਾ ਬਹੁਤ ਵਧੀਆ ਕੰਬੀਨੇਸ਼ਨ ਆ। ਸੋ ਦੋਨੋਂ ਮਿਕਸ ਹੋ ਕੇ ਬਹੁਤ ਸੋਹਣੇ ਵੱਜਦੇ। ਸੋ ਥੋੜ੍ਹਾ ਬਹੁਤ ਉਹ ਹੈਗਾ। ਹਾਰਮੋਨੀਅਮ ਹੈਗਾ, ਸ਼ਬਦ ਕੀਰਤਨ ਲਈ ਹਾਰਮੋਨੀਅਮ ਨਾਲ ਵਰਤਿਆ ਜਾਂਦਾ ਆ। ਸੋ ਵਾਇਲਨ ਹੈ ਨਾ, ਕਾਫੀ ਔਖਾ ਸਾਜ਼ ਆ। ਜੇ ਤੁਹਾਨੂੰ ਇਹਦੀ ਸਮਝ ਲੱਗ ਗਈ ਆ ਤਾਂ ਬਾਕੀ ਸਾਜ਼ਾਂ ਦੀ ਤੁਸੀਂ ਥੋੜ੍ਹੀ ਜਿਹੀ ਮਿਹਨਤ ਕਰਕੇ ਵੀ ਉਹਨਾਂ ਦਾ ਬੇਸਿਕ ਵਜਾ ਸਕਦੇ ਆ। ਸੋ ਮੇਰਾ ਹਾਰਮੋਨੀਅਮ, ਪਿਆਨੋ ਤਾਂ ਸੈਕਿੰਡ 'ਤੇ ਆ ਜਾਂਦੇ ਆ ਜੀ। ਹੋਰ ਕੀ ਕਹੋਗੇ ਬਈ ਜਾਂਦੇ ਜਾਂਦੇ ਤੁਹਾਨੂੰ? ਨੌਜਵਾਨ, ਤੁਸੀਂ ਇੱਕ ਨੌਜਵਾਨੀ ਵੀ ਸ਼ਾਇਦ ਸੁਣੇ ਕਿਤੇ ਨਾ ਕਿਤੇ ਜਾ ਕੇ, ਹੋਰ ਕੀ ਕਹੋਗੇ ਜਾਂਦੇ ਜਾਂਦੇ? ਮੈਂ ਬਸ ਜ਼ਿਆਦਾ ਇਹੀ ਕਹਿਣਾ ਚਾਹੂੰਗਾ ਕਿ ਜੋ ਅੱਜ ਕੱਲ੍ਹ ਦਾ ਸੰਗੀਤ ਆ, ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਾਡੇ ਯੂਥ ਨੂੰ ਵੀ, ਬੱਚਿਆਂ ਨੂੰ ਵੀ ਹੋ ਰਿਹਾ, ਜਦ ਕਿ ਜਿਨ੍ਹਾਂ ਨੂੰ ਕੁਛ ਪਤਾ ਵੀ ਨਹੀਂ, ਪਰ ਉਹ ਵੀ ਬਸ ਟਰੈਂਡ ਦੇ ਵਿੱਚ ਚੱਲ ਰਹੇ ਹੋਣ ਕਰਕੇ ਉਹੀ ਸੁਣ ਰਹੇ। ਮੈਂ ਕਹੂੰਗਾ ਕਿ ਉਹਦੇ ਵੱਲ ਧਿਆਨ ਦਿੱਤਾ ਜਾਵੇ। ਕਿਸੇ ਨੂੰ ਕਹਿਣ ਦੇ ਨਾਲੋਂ ਜੇ ਤੁਸੀਂ ਆਪਣੇ ਆਪ ਨੂੰ ਠੀਕ ਕਰ ਲੂੰਗੇ ਨਾ, ਸਮਝ ਲਓ ਤੁਸੀਂ ਇੱਕ ਬੰਦਾ ਠੀਕ ਕਰ ਲਿਆ।
ਸੋ ਜੇ ਅਸੀਂ ਕਹੀਏ ਕਿ ਸਾਨੂੰ, ਮੈਂ ਜੇ ਕਹਾਂ ਕਿ ਉਹਨਾਂ ਨੂੰ ਆਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ, ਪਰ ਪਹਿਲਾਂ ਮੈਂ ਆਪਣੇ ਆਪ ਨੂੰ ਠੀਕ ਕਰਾਂਗਾ। ਸੋ ਮੇਰੀ ਇਹੀ ਅਪੀਲ ਆ ਸਾਰੇ ਨੌਜਵਾਨਾਂ ਨੂੰ, ਸਾਫ਼ ਸੁਥਰਾ ਸੁਣਨ ਦੀ ਸ਼ੁਰੂਆਤ ਤਾਂ ਕਰੋ, ਬਾਕੀ ਆਪਣੇ ਆਪ ਠੀਕ ਹੁੰਦਾ ਰਹੇਗਾ। ਸਾਫ਼ ਸੁਥਰਾ ਸੁਣੋ, ਕੁਛ ਧਾਰਮਿਕ ਵੀ ਸੁਣੋ ਤਾਂ ਕਿ ਤੁਹਾਨੂੰ ਆਪਣੇ ਪਿਛੋਕੜ ਬਾਰੇ ਵੀ ਪਤਾ ਲੱਗੇ। ਕੁਛ ਰਾਗ ਵੀ ਸੁਣੋ, ਹਰੇਕ ਤਰ੍ਹਾਂ ਦਾ ਸੰਗੀਤ ਸੁਣੋ, ਪਰ ਸੰਗੀਤ ਸੁਣੋ। ਜੋ ਅੱਜ ਕੱਲ੍ਹ ਦੇ ਪੰਜਾਬੀ ਗਾਇਕ ਜ਼ਿਆਦਾਤਰ, ਉਹ ਸੰਗੀਤ ਤਾਂ ਮੈਂ ਕਹਿੰਦਾ ਹੀ ਨਹੀਂ ਉਹਨਾਂ ਨੂੰ, ਸੰਗੀਤ ਦਾ ਉਹਦੇ 'ਚ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਉਹਨਾਂ ਨੇ। ਕੀ ਕਹਿੰਦੇ ਨੇ ਸੁਖਵੰਤ ਸਿੰਘ ਉਹਨਾਂ ਨੂੰ ਫਿਰ, ਜੇ ਸੰਗੀਤ ਨਹੀਂ ਕਹਿੰਦੇ ਤਾਂ ਹੋਰ ਕੀ ਮੰਨਦੇ? ਉਹਨਾਂ ਨੂੰ ਅਸੀਂ ਹੁਣ ਕੋਈ ਅੱਖਰ ਹੀ ਹੈ ਨਹੀਂ ਜੋ ਉਹ ਗਾ ਰਹੇ ਆ, ਕਿਉਂਕਿ ਗੱਲਾਂ ਗੱਲਾਂ ਦੇ ਨਾਲ ਹੀ ਉਹ ਬੀਟ ਦੇ ਕੇ ਉਹਨਾਂ ਨੂੰ ਕਹਿ ਦਿੰਦੇ ਆ ਸੰਗੀਤ। ਸੰਗੀਤ ਦੇ ਵਿੱਚ ਤਾਂ ਸਵਰ ਹੋਣਾ ਜ਼ਰੂਰੀ ਆ, ਜੋ ਉਹਨਾਂ ਨੇ ਸਵਰ ਛੱਡ ਦਿੱਤਾ ਹੋਇਆ। ਸਵਰ ਤਾਂ ਆਪਣੇ ਆਪ ਦੇ ਵਿੱਚ ਇੱਕ ਰੱਬ ਆ। ਸਾਡੇ ਸੰਗੀਤ ਵਿੱਚ ਕਿਹਾ ਜਾਂਦਾ ਕਿ ਤੁਸੀਂ ਸਾਹ ਲਾਓ, ਸਾਹ ਲਾਉਣਾ ਹੀ ਮਤਲਬ ਕਿ ਰੱਬ ਦਾ ਨਾਮ ਜਪਣਾ ਆ। ਚਾਹੇ ਤੁਸੀਂ ਇੱਕ ਓਂਕਾਰ ਕਹਿ ਲਓ, ਚਾਹੇ ਓਮ ਕਹਿ ਲਓ, ਚਾਹੇ ਅੱਲਾ ਕਹਿ ਲਓ, ਕੁਛ ਵੀ ਕਹਿ ਲਓ, ਇੱਕੋ ਹੀ ਸਵਰ ਆ ਉਹ। ਚਾਹੇ ਸਾਹ ਕਹਿ ਲਓ, ਤੁਸੀਂ ਉਹ ਇੱਕ ਸਵਰ ਵੀ ਲਾਉਂਗੇ ਤੁਹਾਨੂੰ ਰੱਬ ਤੱਕ ਪਹੁੰਚਾ ਦਿੰਦਾ। ਅਤੇ ਉਹ ਸਵਰ ਹੋਣਾ ਸੰਗੀਤ ਵਿੱਚ ਬਹੁਤ ਜ਼ਰੂਰੀ, ਜੋ ਕਿ ਅੱਜ ਕੱਲ੍ਹ ਬਹੁਤ ਖਤਮ ਹੁੰਦਾ ਜਾ ਰਿਹਾ। ਕਿਹੜੇ ਕਿਹੜੇ ਕਲਾਕਾਰਾਂ ਨੂੰ ਮੰਨਦੇ ਹੋ ਵੀ ਆਹ ਕਲਾਕਾਰ ਅੱਜ ਦੇ ਹੈਗੇ ਨੇ, ਅੱਜ ਦੇ ਸੰਗੀਤ 'ਤੇ ਪਕੜ ਰੱਖਦੇ ਨੇ ਆਹ ਕਲਾਕਾਰ? ਮੈਂ ਜ਼ਿਆਦਾ ਪੰਜਾਬੀ ਸਿੰਗਰਸ ਜਾਂ ਹੋਰ ਬਹੁਤ ਘੱਟ ਸੁਣਦਾ, ਇਸ ਕਰਕੇ ਸ਼ਾਇਦ ਮੈਨੂੰ ਨਾਂ ਵੀ ਘੱਟ ਹੀ ਪਤਾ ਹੋਣ। ਪਰ ਜਿਹੜੇ ਰਾਗ ਗਾਉਂਦੇ ਨੇ ਉਹ ਕਾਫੀ ਹੈਗੇ ਨੇ ਸਾਡੇ ਦੇ ਵਿੱਚ। ਜਿਸ ਤਰ੍ਹਾਂ ਪੁਰਾਣੇ ਜਿਹੜੇ ਸੀਗੇ, ਪੰਡਤ ਓਂਕਾਰ ਨਾਥ ਜੀ ਹੋ ਗਏ, ਕੁਮਾਰ ਗੰਧਰਵ ਜੀ ਹੋ ਗਏ, ਅਤੇ ਕੌਸ਼ਲਿਆ ਜੀ ਹੋ ਗਏ, ਅਸ਼ਵਨੀ ਬੀੜੇ ਜੀ ਹੋ ਗਏ, ਕੈਵਲਿਆ ਕੁਮਾਰ ਹੋ ਗਏ, ਕਾਫੀ ਨੇ। ਵਾਇਲਨਿਸਟ ਦੇ ਵਿੱਚ ਕਾਫੀ ਆ ਜਾਂਦੇ ਨੇ ਪੁਰਾਣੇ ਜਿਹੜੇ ਸੀਗੇ, ਡਾਕਟਰ ਐਨ ਰਾਜਮ ਹੋ ਗਏ, ਕਲਾ ਰਾਮਨਾਥ ਜੀ ਹੋ ਗਏ, ਡਾਕਟਰ ਸੰਤੋਸ਼ ਨਾਹਰ। ਸੋ ਇਹ ਸਾਰੇ ਕਲਾਸੀਕਲ ਇੰਸਟਰੂਮੈਂਟਲਿਸਟ ਅਤੇ ਵੋਕਲਿਸਟ ਆ। ਸੋ ਮੈਂ ਇਹਨਾਂ ਨੂੰ ਜ਼ਿਆਦਾ ਸੁਣਦਾ ਅਤੇ ਪਸੰਦ ਕਰਦਾ ਜੀ। ਗੁਰੂ ਕਿਸ ਨੂੰ ਮੰਨਦੇ ਹੋਗੇ, ਜਿਹੜਾ ਵੀ ਮੇਰਾ ਗੁਰੂ ਆ, ਆਹੀ ਮੈਂ ਇਸ ਨੂੰ ਗੁਰੂ ਮੰਨਦਾ? ਗੁਰੂ ਤਾਂ ਹੁਣ ਬਹੁਤ ਆਮ ਜੀ ਗੱਲ ਹੈ ਕਿ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ। ਇਹਦੇ ਵਿੱਚ ਤਾਂ ਆਪਾਂ ਸੋਚਦੇ ਵੀ ਨਹੀਂ, ਕਿਉਂਕਿ ਉਹ ਵਾਕਈ ਹੈਗੇ ਆ। ਠੀਕ ਹੈ, ਉਹਨਾਂ ਦੇ ਵਿੱਚ ਵੀ ਫਿਰ ਜਦੋਂ ਸ਼ਬਦ ਆ ਜਾਂਦਾ, ਜਦੋਂ ਤੁਸੀਂ ਉਹ ਸ਼ਬਦ, ਕੋਈ ਵੀ ਸ਼ਬਦ ਲੈ ਲਓ, ਉਹਦਾ ਤੁਸੀਂ ਜਾਪ ਕਰਦੇ, ਉਹਨੂੰ ਵਾਰ-ਵਾਰ ਪੜ੍ਹਦੇ ਆ, ਉਹਦੀ ਜਿਹੜੀ ਆਵਾਜ਼ ਆ, ਉਹਦੀ ਉਹ ਸ਼ਬਦਾਂ ਦੀ ਜਿਹੜੀ ਫ੍ਰੀਕੁਐਂਸੀ ਆ, ਉਹ ਤੁਹਾਨੂੰ ਕਿਤੇ ਤੋਂ ਕਿਤੇ ਪਹੁੰਚਾ ਦਿੰਦੀ ਆ। ਸੋ ਜਿਹੜਾ ਤੁਹਾਨੂੰ ਕਿਤੇ ਤੋਂ ਕਿਤੇ ਪਹੁੰਚਾ ਦਿੰਦਾ, ਅਸਲ 'ਚ ਉਹੀ ਗੁਰੂ ਆ। ਸੰਗੀਤ ਵਿੱਚ ਵੀ ਤੁਸੀਂ ਇੱਕ ਚੀਜ਼ ਦਾ ਬਾਰ-ਬਾਰ ਰਿਆਜ਼ ਕਰਦੇ ਆ, ਉਹ ਫ੍ਰੀਕੁਐਂਸੀ ਇੰਨੀ ਪੱਕੀ ਹੁੰਦੀ ਜਾਂਦੀ ਆ, ਤਾਂ 10 ਦਿਨ ਪਹਿਲਾਂ ਤੁਸੀਂ ਉਹਨੂੰ ਵਜਾ ਰਹੇ ਸੀ, 10 ਦਿਨ ਬਾਅਦ 'ਚ ਵਜਾ ਰਹੇ ਹੋਗੇ, ਜ਼ਮੀਨ ਅਸਮਾਨ ਦਾ ਫਰਕ ਆ ਜਾਂਦਾ। ਸੋ ਗੁਰੂ ਅਸਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਅਤੇ ਉਹ ਆਪ ਅਤੇ ਉਹਨਾਂ ਦਾ ਸ਼ਬਦ ਹੀ ਗੁਰੂ ਆ। ਕਈ ਵਾਰ ਕਿਹਾ ਜਾਂਦਾ ਕਿ ਉਸਤਾਦ ਧਾਰਨਾ ਜ਼ਰੂਰੀ ਹੁੰਦਾ, ਤੁਹਾਡਾ ਉਸਤਾਦ ਘਰ ਦੇ ਵਿੱਚੋਂ ਰਿਹਾ ਜਾਂ ਫਿਰ ਇੱਥੇ ਯੂਨੀਵਰਸਿਟੀ ਦੇ ਵਿੱਚ ਆ ਕੇ ਬਣਿਆ? ਜੀ, ਸ਼ੁਰੂਆਤ ਤਾਂ ਮੇਰੀ ਘਰ ਦੇ ਵਿੱਚ ਹੋਈ। ਸੋ ਪਹਿਲੇ ਉਸਤਾਦ ਤਾਂ ਮੈਂ ਆਪਣੇ ਮਾਤਾ ਪਿਤਾ ਨੂੰ ਸਮਝਦਾ ਹਾਂ, ਕਿਉਂਕਿ ਪਹਿਲਾਂ ਮੇਰੇ ਗ੍ਰੈਂਡਫਾਦਰ ਵੀ ਮਿਊਜ਼ਿਕ ਦੇ ਲਾਈਨ ਦੇ ਵਿੱਚ ਸੀਗੇ, ਫਿਰ ਫਾਦਰ ਸਾਹਿਬ ਵੀ ਮਿਊਜ਼ਿਕ ਵਿੱਚ ਹੁਣ ਵੀ ਨੇ ਉਹ। ਸੋ ਜਿਹੜੇ ਮੁੱਢਲੇ ਉਸਤਾਦ ਤਾਂ ਉਹੀ ਸੀਗੇ। ਫਿਰ ਮੈਂ ਕਾਲਜ ਦੇ ਵਿੱਚ ਮੇਰੇ ਇੱਕ ਮੈਮ ਸੀਗੇ, ਉਹਨਾਂ ਨੇ ਥੋੜ੍ਹੀ ਜਿਹੀ ਮੇਰੀ ਸ਼ੁਰੂਆਤ ਕਰਾਈ, ਥੋੜ੍ਹੀ ਸਿਤਾਰ ਸਿਖਾਈ, ਥੋੜ੍ਹੀ ਜਿਹੀ ਵਾਇਲਨ ਸਿਖਾਈ। ਉਸ ਤੋਂ ਬਾਅਦ ਫਿਰ ਸਿਲਸਿਲਾ ਵੱਧਦਾ ਗਿਆ, 2-3 ਉਸਤਾਦ ਜੀ ਹੋਰ ਹੋਏ ਨੇ, ਇੱਕ ਅੰਮ੍ਰਿਤਸਰ ਦੇ ਵਿੱਚ ਨੇ, ਦਿੱਲੀ ਦੇ ਵਿੱਚ ਨੇ 2। ਸੋ ਮਤਲਬ ਕਿ ਇਹ ਇਸ ਤਰ੍ਹਾਂ ਦਾ ਕਾਫਲਾ ਕਿ ਜਿੱਥੋਂ ਜਦੋਂ ਤੁਹਾਨੂੰ ਜਿੰਨਾ ਜਿੰਨਾ ਮਿਲਦਾ, ਲਈ ਜਾਓ, ਸਿੱਖੀ ਜਾਓ, ਵੱਧਦੇ ਜਾਓ। ਕਿਹੜੇ ਕਾਲਜ ਤੋਂ ਸਟਾਰਟਿੰਗ ਹੁੰਦੀ ਆ? ਕੀ ਨਾਂ ਸੀ ਜਿਨ੍ਹਾਂ ਨੇ ਤੁਹਾਨੂੰ ਪਹਿਲੀ ਵਾਰ ਕਿਹਾ ਕਿ ਤੁਸੀਂ ਆਹ ਚੀਜ਼ ਉਹ ਕਰ ਸਕਦੇ ਹੋ ਸੰਗੀਤ ਦੀ? ਜੀ, ਸੋ ਕਾਲਜ ਮੇਰਾ ਸੀਗਾ, ਗ੍ਰੈਜੂਏਸ਼ਨ ਜਿਹੜੀ ਮੈਂ ਕੀਤੀ ਹੁਸ਼ਿਆਰਪੁਰ ਦੇ ਵਿੱਚ ਹੈਗਾ DAV ਕਾਲਜ, ਅਤੇ ਉੱਥੇ ਸੀਗਾ ਯੂਥ ਫੈਸਟੀਵਲ, ਅਤੇ ਮੈਮ ਨੇ ਕਿਹਾ ਵੀ ਜੇ ਕੋਈ ਇੰਸਟਰੂਮੈਂਟ ਕੋਈ ਵਜਾ ਸਕਦਾ ਤਾਂ ਮੈਨੂੰ ਸ਼ੁਰੂ ਤੋਂ ਸ਼ੌਂਕ ਸੀ ਵਾਇਲਨ ਦਾ। ਥੋੜ੍ਹਾ ਬਹੁਤਾ ਘਰ ਦੇ ਵਿੱਚ ਹੋਣ ਕਰਕੇ ਵੀ ਸਵਰ ਪਹਿਲਾਂ ਥੋੜ੍ਹੇ ਬਹੁਤ ਸਿੱਧੇ ਕੀਤੇ ਹੋਏ ਸੀਗੇ, ਅਤੇ ਉੱਥੇ ਮੈਮ ਸੀਗੇ ਇੰਸਟਰੂਮੈਂਟਲ ਦੇ ਮੈਮ ਸੀਗੇ, ਮੈਮ ਸੀਮਾ ਚੱਡਾ ਮੈਡਮ ਅਤੇ ਵਰਿੰਦਰ ਮੈਡਮ ਸੀ ਵੋਕਲ ਦੇ। ਸੋ ਉਹਨਾਂ ਦੀ ਮਿਹਨਤ ਦੇ ਨਾਲ ਫਿਰ ਮੈਂ ਵਾਇਲਨ ਫੜਿਆ, ਸ਼ੁਰੂਆਤ ਮੈਂ ਉੱਥੋਂ ਕਰ ਲਈ ਸੀ ਜੀ। ਅੱਜ ਜਦੋਂ ਮੈਮਾਂ ਨੂੰ ਮਿਲਦੇ ਹੋ, ਉਹਨਾਂ ਨੂੰ ਦੱਸ ਦਿਓ ਵੀ ਮੈਂ ਮੈਮ PhD ਕਰ ਰਿਹਾ ਗਾ, ਤੁਹਾਡੇ ਬਦੌਲਤ ਮੈਂ ਅੱਜ PhD ਤੱਕ ਪਹੁੰਚਿਆ, ਤਾਂ ਕਿੰਨੀ ਕੁ ਖੁਸ਼ੀ ਮਿਲਦੀ ਹੈ ਉਹਨਾਂ ਨੂੰ ਮਿਲ ਕੇ? ਉਹਨਾਂ ਨੂੰ ਜਦੋਂ ਵੀ ਮਿਲਦੇ ਹੈ ਨਾ, ਬਹੁਤ ਜ਼ਿਆਦਾ ਵਧੀਆ ਲੱਗਦਾ। ਇਸ ਤਰ੍ਹਾਂ ਲੱਗਦਾ ਕਿ ਮੈਂ ਵਾਪਸ ਫੇਰ ਮੁੜ ਕੇ ਛੋਟਾ ਹੋ ਗਿਆ ਅਤੇ ਉਹ ਮੇਰੇ ਵੱਡੇ ਮੂਹਰੇ ਆ ਗਏ, ਅਤੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ, ਇੱਕ ਅਲੱਗ ਐਨਰਜੀ ਮਿਲਦੀ ਆ, ਅਤੇ ਜਿਹੜੀ ਕੁਛ ਟਾਈਮ ਬਾਅਦ ਹਮੇਸ਼ਾ ਮੈਂ ਉਹਨਾਂ ਨੂੰ ਮਿਲ ਕੇ ਲੈਂਦਾ ਰਹਿੰਦਾ ਹਾਂ ਜੀ। ਬਈ ਜਦੋਂ ਗੱਲ ਕਰਦੇ ਹਾਂ ਪੁਰਾਣੇ ਸਾਡੇ ਟੀਚਰ ਮਿਲਦੇ ਨੇ, ਤਾਂ ਇੱਕ ਅੱਖਾਂ ਦੇ ਵਿੱਚ ਖੁਸ਼ੀ ਦੇ ਅਥਰੂ ਆ ਜਾਂਦੇ ਨੇ ਵੀ ਯਾਰ ਹਾਂ ਸਾਨੂੰ ਬੜੇ ਟਾਈਮ ਬਾਅਦ ਮਿਲੇ ਨੇ। ਕਦੇ ਹੋਇਆ ਇੱਦਾਂ ਦਾ ਕੁਛ? ਜਿਹੜਾ ਹੁਣ ਇਹ ਹੈ ਨਾ, ਕਦੇ ਤਾਂ ਨਹੀਂ, ਮੇਰੇ ਨਾਲ ਤਾਂ ਹਰ ਵਾਰੀ ਹੋ ਜਾਂਦਾ ਹੈ, ਕਿਉਂਕਿ ਜ਼ਿਆਦਾਤਰ ਜਿਹੜੇ ਸੰਗੀਤਕਾਰ ਕਾਫੀ ਇਮੋਸ਼ਨਲ ਹੋ ਜਾਂਦੇ ਰਾਗ ਵਜਾ ਕੇ ਜਾਂ ਸੰਗੀਤ ਸੁਣ ਕੇ। ਮੈਂ ਤਾਂ ਕੋਈ ਇਮੋਸ਼ਨਲ ਸੀਨ ਦੇਖ ਲਵਾਂ, ਉਸ ਵੇਲੇ ਵੀ ਇਮੋਸ਼ਨਲ ਹੋ ਜਾਂਦਾ ਹੈ, ਪਰ ਉਹ ਇੱਦਾਂ ਨਹੀਂ ਕਿ ਬੰਦਾ ਫਿਰ ਇੱਦਾਂ ਹੀ ਰਹਿੰਦਾ ਹੈ, ਉਹ ਇਨ ਦਾ ਮੂਮੈਂਟ ਹੁੰਦਾ ਹੈ।
ਸੋ ਉਹ ਕਦੇ ਨਹੀਂ, ਹਰ ਵਾਰੀ ਇੱਦਾਂ ਹੋ ਜਾਂਦਾ ਸਿਰਫ ਟੀਚਰਸ ਨੂੰ ਮਿਲ ਕੇ ਨਹੀਂ, ਜਦੋਂ ਤੁਸੀਂ ਬਹੁਤ ਪੁਰਾਣੇ ਕਿਸੇ ਨੂੰ ਮਿਲਦੇ ਜਿਹਦੇ ਨਾਲ ਤੁਹਾਡਾ ਕਦੇ ਦਿਲ ਮਿਲਿਆ ਹੁੰਦਾ, ਉਹਨੂੰ ਮਿਲ ਕੇ ਬੰਦਾ ਇਮੋਸ਼ਨਲ ਹੋ ਹੀ ਜਾਂਦਾ ਜੀ। ਹੋਰ ਕੁਝ ਕਹਿਣਾ? ਹੋਰ ਤਾਂ ਮੇਰੇ ਖਿਆਲ ਠੀਕ ਆ, ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ, ਵਧੀਆ ਸਵਾਲ ਤੁਸੀਂ ਪੁੱਛੇ ਆ। ਪਤਾ ਨਹੀਂ ਮੈਂ ਸਹੀ ਕਿਹਾ ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਜੋ ਮੈਂ ਕਿਹਾ ਬਿਲਕੁਲ ਉਹ ਮੰਨਿਆ ਜਾਵੇ, ਘੱਟੋ ਘੱਟ ਜੋ ਜਿਨ੍ਹਾਂ ਨੇ ਸੁਣਿਆ ਉਹ ਸੋਚਣ ਜ਼ਰੂਰ ਇਸ ਬਾਰੇ ਜੀ। ਧੰਨਵਾਦ ਜੀ ਤੁਹਾਡਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਨਾਲ ਵੀਰ ਸੁਖਵੰਤ ਸਿੰਘ, ਜਿਨ੍ਹਾਂ ਦਾ ਕਹਿਣਾ ਗਾ ਕਿ ਜਿਹੜੀ ਅੱਜ ਕੱਲ੍ਹ ਦੀ ਕਲਾਕਾਰੀ, ਅੱਜ ਕੱਲ੍ਹ ਦੀ ਗਾਇਕੀ ਆ, 90% ਗਾਇਕੀ ਅੱਜ ਨਿਗਰਦੀ ਜਾ ਰਹੀ ਆ। ਪਰ ਜੇ ਸੰਗੀਤ ਦੀ ਗੱਲ ਕਰੀਏ ਤਾਂ ਸੰਗੀਤ ਦੀਆਂ ਧੁਨਾਂ ਕੁਝ ਲੋਕ ਹੀ ਵਜਾਉਂਦੇ ਨੇ, ਜਿਵੇਂ ਕਿ ਸਟਾਰਟਿੰਗ ਤੋਂ ਨਾਂ ਲੈਤਾ ਸਤਿੰਦਰ ਸਰਤਾਜ, ਜਿਹੜੇ ਕਿ ਇੱਕ ਜਿਨ੍ਹਾਂ ਦੇ ਮੂਹਰੇ ਸਿਰ ਝੁਕ ਜਾਂਦਾ, ਅਜਿਹੇ ਕਲਾਕਾਰ ਬਹੁਤ ਥੋੜ੍ਹੇ ਨੇ। ਸੋ ਜੁੜੇ ਰਹੋ KTV ਦੇ ਨਾਲ, ਮੇਰੇ ਸਹਿਯੋਗੀ ਸਾਥੀ ਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।